ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਬरुण कौर मान। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਦੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦ ਅਤੇ ਵੇਚ ਸਕਦੇ ਹੋ। ਰੀਅਲ ਐਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪ੍ਰਮੰਨਿਆ ਨਾਮ ਔਰ ਇਹਨਾਂ ਦੇ ਫੋਨ ਨੰਬਰ ਵੀ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ। ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਵੀਜ਼ਾ ਜਾਰੀ ਕਰਨ ਨਾਲ ਜੁੜੀਆਂ ਪ੍ਰਕਿਰਿਆਵਾਂ ਤੇਜ਼ੀ ਨਾਲ ਪੂਰੀਆਂ ਕੀਤੀਆਂ ਜਾ ਰਹੀਆਂ ਨੇ। ਅਮਰੀਕਾ ਦਾ ਬਿਆਨ। ਉਡਾਣ ਭਰਨ ਵੇਲੇ ਜਹਾਜ਼ ਦੀ ਟਰੱਕ ਨਾਲ ਟੱਕਰ ਮਗਰੋਂ ਮਚੇ ਅੱਗ ਦੇ ਭਾਂਬੜ 102 ਯਾਤਰੀ ਸਨ ਸਵਾਰ। ਟਵਿੱਟਰ ਦੇ ਕਰਮਚਾਰੀਆਂ ਨੇ ਦਿੱਤਾ ਸਮੂਹਿਕ ਅਸਤੀਫਾ। ਕੰਪਨੀ ਨੂੰ ਬੰਦ ਕਰਨੇ ਪਏ ਸਾਰੇ ਦਫ਼ਤਰ। ਕੈਨੇਡਾ 'ਚ ਟਰੱਕ ਵਿੱਚ ਕੇਲਿਆਂ ਦੇ ਲੱਦੇ ਲੋਡ ਵਿੱਚ ਡਰੱਗ ਲਗਾਉਣ ਦੇ ਮਾਮਲੇ ਵਿੱਚ ਇੱਕ ਪੰਜਾਬੀ ਮੂਲ ਦਾ ਟਰੱਕ ਡਰਾਈਵਰ ਗ੍ਰਿਫਤਾਰ। ਅਮਰੀਕੀ ਸੰਸਦ ਮੈਂਬਰਾਂ ਨੇ ਚੀਨ ਨਾਲ ਨਜਿੱਠਣ ਲਈ ਵਿਆਪਕ ਰਣਨੀਤੀ ਬਣਾਉਣ ਦੀ ਕੀਤੀ ਅਪੀਲ। ਅਮਰੀਕਾ 'ਚ ਪੱਛਮੀ ਨਿਊਯਾਰਕ ਵਿੱਚ ਭਾਰੀ ਬਰਫ਼ਬਾਰੀ। ਮੌਸਮ ਵਿਭਾਗ ਵੱਲੋਂ ਐਮਰਜੈਂਸੀ ਦਾ ਐਲਾਨ। ਕਿਮ ਜੋਂਗ ਨੇ ਮੁੜ ਦਿੱਤੀ ਅਮਰੀਕਾ ਨੂੰ ਪਰਮਾਣੂ ਹਮਲੇ ਦੀ ਧਮਕੀ। ਅਮਰੀਕਾ 'ਚ ਭਾਰਤੀ ਮੂਲ ਦੇ ਉੱਘੇ ਸਿੱਖਿਆ ਸ਼ਾਸਤਰੀ ਸੁਨੀਲ ਕੁਮਾਰ ਨੂੰ ਅਮਰੀਕਾ 'ਚ ਮਿਲੀ ਵੱਡੀ ਜ਼ਿੰਮੇਵਾਰੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਵਾਸ਼ਿੰਗਟਨ ਭਾਰਤ ਵਰਗੇ ਦੇਸ਼ਾਂ ਤੋਂ ਪ੍ਰਾਪਤ ਵੀਜ਼ਾ ਅਰਜ਼ੀਆਂ ਦੇ ਨਿਪਟਾਰੇ 'ਚ ਦੇਰੀ ਨੂੰ ਲੈ ਕੇ ਵੱਧ ਰਹੀਆਂ ਚਿੰਤਾਵਾਂ ਤੇ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਵੱਡਾ ਬਿਆਨ ਦਿੱਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਵੀਜ਼ਾ ਸੰਬੰਧੀ ਪ੍ਰਕਿਰਿਆਵਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ। ਉਮੀਦ ਕੀਤੀ ਜਾ ਰਹੀ ਹੈ ਕਿ ਵਿੱਤੀ ਸਾਲ 2023 ਵਿੱਚ ਇਹ ਅੰਕੜਾ ਕਰੋਨਾ ਮਹਾਮਾਰੀ ਤੋਂ ਪਹਿਲਾਂ ਦੀ ਸਥਿਤੀ ਤੱਕ ਪਹੁੰਚ ਸਕਦਾ ਹੈ। ਵਿਦੇਸ਼ ਵਿਭਾਗ ਨੇ ਕਿਹਾ ਕਿ ਉਹ ਰਾਸ਼ਟਰੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਅਮਰੀਕਾ ਦੀ ਕਾਨੂੰਨੀ ਯਾਤਰਾ ਦੀ ਸਹੂਲਤ ਦੇਣ ਦੇ ਲਈ ਵਚਨਬੱਧ ਹੈ। ਵਿਭਾਗ ਵੱਲੋਂ ਜਾਰੀ ਇੱਕ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ ਵਿਭਾਗ ਦੁਨੀਆ ਭਰ ਵਿੱਚ ਵੀਜ਼ਾ ਇੰਟਰਵਿਊ ਲਈ ਉਡੀਕ ਸਮੇਂ ਨੂੰ ਸਫਲਤਾਪੂਰਵਕ ਘਟਾ ਰਿਹਾ। ਅਸੀਂ ਇਸ ਅਹਿਮ ਕੰਮ ਲਈ ਅਮਰੀਕੀ ਵਿਦੇਸ਼ ਸੇਵਾ ਦੇ ਕਰਮਚਾਰੀਆਂ ਦੀ ਭਰਤੀ ਨੂੰ ਦੁੱਗਣਾ ਕਰ ਦਿੱਤਾ ਹੈ। ਵੀਜ਼ਾ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਕੰਮ ਉਮੀਦ ਨਾਲੋਂ ਤੇਜ਼ੀ ਨਾਲ ਚੱਲ ਰਿਹਾ ਅਤੇ ਵਿੱਤੀ ਸਾਲ 2023 ਵਿੱਚ ਅਸੀਂ ਕਰੋਨਾ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੇ ਪਹੁੰਚ ਸਕਦੇ ਹਾਂ। ਵੀਜ਼ਾ ਪ੍ਰੋਸੈਸਿੰਗ ਵਿੱਚ ਦੇਰੀ ਦੇ ਕਾਰਨ ਦਾ ਹਵਾਲਾ ਦਿੰਦੇ ਹੋਏ ਵਿਦੇਸ਼ ਵਿਭਾਗ ਨੇ ਕਿਹਾ ਕਿ ਅਮਰੀਕੀ ਵੀਜ਼ਾ ਲਈ ਬਹੁਤ ਸਾਰੇ ਬਿਨੇਕਾਰਾਂ ਨੂੰ ਦੇਸ਼ ਦੇ ਕਾਨੂੰਨ ਅਨੁਸਾਰ ਨਿੱਜੀ ਤੌਰ ਤੇ ਪੇਸ਼ ਹੋਣਾ ਜ਼ਰੂਰੀ ਹੈ। ਹਾਲਾਂਕਿ ਸਾਡੇ ਵਿਦੇਸ਼ੀ ਕੌਂਸਲਟਾਂ ਵਰਗੇ ਸਥਾਨਾਂ ਤੇ ਸਥਾਨਕ ਮਹਾਮਾਰੀ ਸੰਬੰਧਿਤ ਪਾਬੰਦੀਆਂ ਨੇ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਕਰਨ ਦੀ ਸਾਡੀ ਯੋਗਤਾ ਨੂੰ ਸੀਮਿਤ ਕਰ ਦਿੱਤਾ। ਕਿਹਾ ਗਿਆ ਕਿ ਇਸ ਨਾਲ ਵੀਜ਼ਾ ਅਰਜ਼ੀਆਂ ਦੀ ਗਿਣਤੀ ਘਟੀ ਹੈ। ਹੁਣ ਜਦੋਂ ਕਿ ਜ਼ਿਆਦਾਤਰ ਦੇਸ਼ਾਂ ਨੇ ਪਾਬੰਦੀਆਂ ਹਟਾ ਦਿੱਤੀਆਂ ਨੇ, ਸਾਡੇ 96% ਦੂਤਵਾਸ ਅਤੇ ਕੌਂਸਲੇਟ ਰੈਗੂਲਰ ਵੀਜ਼ਾ ਸੇਵਾਵਾਂ ਪ੍ਰਦਾਨ ਕਰ ਸਕਦੇ ਨੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਤੰਬਰ ਵਿੱਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਆਪਣੀ ਮੁਲਾਕਾਤ ਵਿੱਚ ਭਾਰਤ ਤੋਂ ਪੈਂਡਿੰਗ ਵੀਜ਼ਾ ਅਰਜ਼ੀਆਂ ਦਾ ਮੁੱਦਾ ਉਠਾਇਆ ਸੀ, ਜਿਸ ਤੇ ਅਮਰੀਕਾ ਦੇ ਚੋਟੀ ਦੇ ਡਿਪਲੋਮੈਟਾਂ ਨੇ ਕਿਹਾ ਸੀਗਾ ਕਿ ਉਸ ਮਾਮਲੇ ਨੂੰ ਲੈ ਕੇ ਸੰਵੇਦਨਸ਼ੀਲ ਨੇ ਅਤੇ ਇਸ ਨਾਲ ਨਜਿੱਠਣ ਦੀ ਯੋਜਨਾ ਹੈ। ਇਸ ਵਿੱਚ ਕਿਹਾ ਗਿਆ ਕਿ ਅਸੀਂ ਆਪਣੀ ਪ੍ਰਗਤੀ ਨੂੰ ਜਾਰੀ ਰੱਖਣ ਅਤੇ ਵੀਜ਼ਾ ਇੰਟਰਵਿਊ ਦੀ ਉਡੀਕ ਮਿਆਦ ਨੂੰ ਜਿੰਨੀ ਜਲਦੀ ਹੋ ਸਕੇ ਘਟਾਉਣ ਲਈ ਵਚਨਬੱਧ ਹਾਂ। ਪੇਰੂ ਦੇ ਲੀਮਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰ ਰਿਹਾ ਲੈਟੈਮ 에ਅਰਲਾਈਨਸ ਦਾ ਜਹਾਜ਼ ਸ਼ੁੱਕਰਵਾਰ ਨੂੰ ਰਨਵੇ ਉੱਤੇ ਇੱਕ ਫਾਇਰ ਬ੍ਰਿਗੇਡ ਦੇ ਟਰੱਕ ਨਾਲ ਟਕਰਾ ਗਿਆ ਅਤੇ ਉਸ ਵਿੱਚ ਅੱਗ ਲੱਗ ਗਈ। ਜਹਾਜ਼ ਅਤੇ ਟਰੱਕ ਵਿਚਾਲੇ ਹੋਈ ਟੱਕਰ ਇੰਨੀ ਜ਼ਬਰਦਸਤ ਸੀਗੀ ਕਿ ਟਰੱਕ ਦੇ ਪਰਖੱਚੇ ਉੱਡ ਗਏ ਅਤੇ ਨਾਲ ਹੀ ਜਹਾਜ਼ ਦਾ ਵੀ ਨੁਕਸਾਨ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੇ ਯਾਤਰੀ ਅਤੇ ਚਾਲਕ ਦਲ ਸਾਰੇ ਸੁਰੱਖਿਅਤ ਨੇ, ਪਰ ਟਰੱਕ ਵਿੱਚ ਸਵਾਰ 2 ਫਾਇਰ ਫਾਈਟਰ ਮਾਰੇ ਗਏ। ਲੀਮਾ 에ਅਰਪੋਰਟ ਪਾਰਟਨਰਜ਼ ਜਾਰਜ ਚੈਵੇਜ਼ 에ਅਰਪੋਰਟ ਦਾ ਸੰਚਾਲਨ ਕਰਨ ਵਾਲੀ ਕੰਪਨੀ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ 에ਅਰਪੋਰਟ ਦੇ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਏਅਰਬਸ A320neo ਵਿੱਚ 102 ਯਾਤਰੀ ਅਤੇ ਚਾਲਕ ਦਲ ਦੇ 6 ਮੈਂਬਰ ਸਵਾਰ ਸਨ। ਕੰਪਨੀ ਨੇ ਕਿਹਾ ਕਿ ਸਾਡੀਆਂ ਟੀਮਾਂ ਸਾਰੇ ਯਾਤਰੀਆਂ ਨੂੰ ਲੋੜੀਂਦੀ ਦੇਖਭਾਲ ਪ੍ਰਦਾਨ ਕਰ ਰਹੀਆਂ ਨੇ। ਫਾਇਰ ਡਿਪਾਰਟਮੈਂਟ ਦੇ ਜਨਰਲ ਕਮਾਂਡਰ ਲੂਇਸ ਪੌਂਸ ਲਾ ਜ਼ਾਰਾ ਨੇ ਕਿਹਾ ਕਿ 2 ਫਾਇਰ ਫਾਈਟਰਸ ਦੀ ਮੌਤ ਹੋ ਗਈ ਅਤੇ 1 ਜ਼ਖਮੀ ਹੋ ਗਿਆ। ਰਾਸ਼ਟਰਪਤੀ ਪੇਡਰੋ ਕਾਸਟਿਲੋ ਨੇ ਇੱਕ ਟਵੀਟ ਵਿੱਚ ਅੱਗ ਫਾਇਰ ਫਾਈਟਰਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਫਲਾਈਟ LA2213 ਲੀਮਾ ਦੇ ਮੁੱਖ ਹਵਾਈ ਅੱਡੇ ਤੋਂ ਪੇਰੂ ਦੇ ਸ਼ਹਿਰ ਜ਼ੁਲਿਆਕਾ ਦੇ ਰਸਤੇ ਤੇ ਉਡਾਣ ਭਰ ਰਹੀ ਸੀ। ਸੋਸ਼ਲ ਮੀਡੀਆ ਤੇ ਵੀਡੀਓਜ਼ 'ਚ ਰਨਵੇ ਤੇ ਇੱਕ ਵੱਡੇ ਜਹਾਜ਼ 'ਚੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਸੀ। ਬੀਤੇ ਦਿਨ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਕੈਨੇਡੀਅਨ ਸੂਬੇ ਦੇ ਅਲਬਰਟਾ ਦੇ ਕਾਊਟਸ ਬਾਰਡਰ ਵਿਖੇ ਇੱਕ ਟਰੱਕ ਵਿੱਚ ਕੇਲਿਆਂ ਦੇ ਲੱਦੇ ਲੋਡ 'ਚ ਭਾਰੀ ਮਾਤਰਾ 'ਚ ਡਰੱਗ ਦੀ ਬਰਾਮਦਗੀ ਹੋਈ ਹੈ। ਇਸ ਮਾਮਲੇ ਵਿੱਚ ਇੱਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਉਸ ਤੇ ਦੋਸ਼ ਆਇਦ ਕੀਤੇ ਗਏ ਨੇ। ਗ੍ਰਿਫਤਾਰ ਤੇ ਚਾਰਜ ਹੋਣ ਵਾਲੇ ਡਰਾਈਵਰ ਦੀ ਸ਼ਨਾਖਤ ਕੈਲਗਰੀ ਕੈਨੇਡਾ ਦੇ ਵਾਸੀ ਗੁਰਕੀਰਤ ਸਿੰਘ ਉਮਰ ਜਿਸ ਦੀ 26 ਸਾਲ ਦੇ ਵਜੋਂ ਹੋਈ ਹੈ।
ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਤਾਬਕ 6 ਨਵੰਬਰ ਨੂੰ ਕੇਲਿਆਂ ਦਾ ਲੋਡ ਲੈ ਕੇ ਇੱਕ ਕਮਰਸ਼ੀਅਲ ਵਹੀਕਲ ਕੂਟਸ ਬਾਰਡਰ ਵਿਖੇ ਦਾਖਲ ਹੋਇਆ ਤੇ ਸੈਕੰਡਰੀ ਇੰਸਪੈਕਸ਼ਨ ਦੌਰਾਨ ਲੋਡ ਚੋਂ 43 ਕਿਲੋਗ੍ਰਾਮ ਕੋਕੀਨ ਦੀ ਬਰਾਮਦਗੀ ਹੋਈ ਹੈ। ਇਸ ਮਾਮਲੇ ਵਿੱਚ ਗ੍ਰਿਫਤਾਰ ਗੁਰਕੀਰਤ ਸਿੰਘ ਦੀ ਅਦਾਲਤ ਵਿੱਚ ਪੇਸ਼ੀ ਵੀਰਵਾਰ ਦੀ ਪਈ ਹੈ। ਰਿਪਬਲਿਕਨ ਪਾਰਟੀ ਦੇ ਦੋ ਸੀਨੀਅਰ ਸੈਨੇਟਰਾਂ ਨੇ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਚੀਨ ਵੱਲੋਂ ਪੈਦਾ ਹੋਏ ਖਤਰੇ ਦਾ ਮੁਕਾਬਲਾ ਕਰਨ ਦੇ ਲਈ ਇੱਕ ਵਿਆਪਕ ਰਣਨੀਤੀ ਤਿਆਰ ਕਰਨ ਦੀ ਅਪੀਲ ਕੀਤੀ। ਸੈਨੇਟਰ ਜਿਮ ਰਿਸ਼ ਅਤੇ ਮਿਟ ਰੋਮਨੀ ਨੇ ਵੀਰਵਾਰ ਨੂੰ ਬਾਈਡਨ ਨੂੰ ਲਿਖੇ ਇੱਕ ਪੱਤਰ 'ਚ ਕਿਹਾ ਕਿ ਅਸੀਂ ਤੁਹਾਡੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਉਹ ਚੀਨ ਦੇ ਸੰਬੰਧ ਵਿੱਚ ਤੁਰੰਤ ਇੱਕ ਵਿਆਪਕ ਚੀਨ ਰਣਨੀਤੀ ਵਿਕਸਿਤ ਕਰਨੀ ਸ਼ੁਰੂ ਕਰਨ। ਇਸ ਪੱਤਰ ਦੀ ਕਾਪੀ ਮੀਡੀਆ ਲਈ ਵੀ ਜਾਰੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਚੀਨ ਦੇ ਹਮਲੇ ਨੂੰ ਰੋਕਣ ਲਈ ਅਮਰੀਕਾ ਨੂੰ ਤੇਜ਼ੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਨੇ ਪੱਤਰ ਵਿੱਚ ਕਿਹਾ ਕਿ ਚੀਨ ਦੀਆਂ ਕਾਰਵਾਈਆਂ ਕੁਝ ਚਿੰਤਾ ਦਾ ਵਿਸ਼ਾ ਨੇ, ਜਿਸ ਵਿੱਚ ਉਸਦੇ ਤੇਜ਼ੀ ਨਾਲ ਵੱਧ ਰਹੇ ਫੌਜੀ ਅਤੇ ਪਰਮਾਣੂ ਪ੍ਰੋਗਰਾਮ, ਨੈਵੀਗੇਸ਼ਨ ਦੀ ਆਜ਼ਾਦੀ ਦੀ ਉਲੰਘਣਾ, ਭਾਰਤ ਤੇ ਜਾਪਾਨ ਵਿਰੁੱਧ ਹਮਲਾ, ਤਾਈਵਾਨ ਨੂੰ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਆਦਿ ਸ਼ਾਮਲ ਨੇ। ਦੋਵਾਂ ਰਿਪਬਲਿਕਨ ਸੈਨੇਟਰਾਂ ਨੇ ਕਿਹਾ ਕਿ ਹਾਊਸ ਸਪੀਕਰ ਪੈਲੋਸੀ ਦੀ ਤਾਈਵਾਨ ਫੇਰੀ ਦੇ ਜਵਾਬ ਵਿੱਚ ਬੈਲਿਸਟਿਕ ਮਿਜ਼ਾਈਲਾਂ ਲਾਂਚ ਕਰਨ ਅਤੇ ਤਾਈਵਾਨ ਨੂੰ ਘੇਰਨ ਸਮੇਤ ਚੀਨ ਦੀਆਂ ਹਮਲਾਵਰ ਕਾਰਵਾਈਆਂ, ਤਾਈਵਾਨ ਦੇ ਸੰਬੰਧ ਵਿੱਚ ਅਮਰੀਕੀ ਨੀਤੀ ਨਿਰਧਾਰਤ ਕਰਨ ਅਤੇ ਆਜ਼ਾਦ ਅਤੇ ਖੁੱਲ੍ਹੇ ਤੌਰ ਤੇ ਹਿੰਦ ਪ੍ਰਸ਼ਾਂਤ ਖੇਤਰ ਲਈ ਅਮਰੀਕਾ ਦੀ ਵਚਨਬੱਧਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ। ਸੰਸਦ ਮੈਂਬਰਾਂ ਨੇ ਇਹ ਪੱਤਰ ਅਜਿਹੇ ਸਮੇਂ 'ਚ ਲਿਖਿਆ ਹੈ ਜਦੋਂ ਹਾਲ ਹੀ ਵਿੱਚ ਬਾਈਡਨ ਨੇ ਇੰਡੋਨੇਸ਼ੀਆ ਦੇ ਬਾਲੀ 'ਚ G20 ਸਿਖਰ ਸੰਮੇਲਨ ਤੋਂ ਵੱਖ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਆਮੋ-ਸਾਹਮਣੇ ਬੈਠਕ ਕੀਤੀ ਸੀ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਬਾਈਡਨ ਦੀ ਸ਼ੀ ਨਾਲ ਇਹ ਪਹਿਲੀ ਵਿਅਕਤੀਗਤ ਮੁਲਾਕਾਤ ਸੀ। ਅਮਰੀਕਾ ਦੇ ਨਿਊਯਾਰਕ ਵਿੱਚ ਕਈ ਇਲਾਕਿਆਂ 'ਚ ਭਾਰੀ ਬਰਫ਼ਬਾਰੀ ਦੇਖਣ ਨੂੰ ਮਿਲੀ। ਬਰਫ਼ਬਾਰੀ ਕਾਰਨ ਹਾਲਾਤ ਇਹ ਨੇ ਕਿ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਤੇ ਸ਼ਹਿਰ ਦੀ ਰਫ਼ਤਾਰ ਰੁਕ ਗਈ ਹੈ। ਮੌਸਮ ਵਿਭਾਗ ਨੇ ਐਤਵਾਰ ਤੱਕ ਭਾਰੀ ਬਰਫ਼ਬਾਰੀ ਹੋਣ ਦੀ ਚੇਤਾਵਨੀ ਜਾਰੀ ਕੀਤੀ ਹੈ। ਇਹ ਭਵਿੱਖਬਾਣੀ ਕਾਰਨ ਨਿਊਯਾਰਕ ਦੀ ਗਵਰਨਰ ਕੈਥੀ ਹੌਚੂਲ ਨੇ ਸਟੇਟ ਐਮਰਜੈਂਸੀ ਦਾ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨਿਊਯਾਰਕ ਵਿੱਚ ਹੋਰ ਜ਼ਿਆਦਾ ਬਰਫ਼ਬਾਰੀ ਹੋਣ ਵਾਲੀ ਹੈ। ਇਹ ਕਾਰਨ ਹੈ ਕਿ ਬਰਫ਼ਬਾਰੀ ਦੇ ਸੰਭਾਵਿਤ ਖਤਰੇ ਨੂੰ ਦੇਖਦੇ ਹੋਏ ਪੱਛਮੀ ਨਿਊਯਾਰਕ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। US ਨੈਸ਼ਨਲ ਵੈਦਰ ਸਰਵਿਸਿਜ਼ ਦਾ ਅੰਦਾਜ਼ਾ ਹੈ ਕਿ ਐਤਵਾਰ ਤੱਕ 4 ਫੁੱਟ ਤੱਕ ਬਰਫ਼ ਪੈ ਸਕਦੀ ਹੈ, ਜੋ ਲੋਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਸਕਦੀ ਹੈ। ਇੰਨਾ ਹੀ ਨਹੀਂ, ਓਯੋ ਵਿੱਚ ਅਸ਼ਟਬੂਲਾ ਕਾਉਂਟੀ ਸ਼ੈਰਿਫ ਨੇ ਕਾਉਂਟੀ ਵਿੱਚ ਉੱਤਰ 'ਚ ਸਾਰੇ ਖੇਤਰਾਂ ਲਈ ਵੀਰਵਾਰ ਨੂੰ ਲੈਵਲ 3 ਬਰਫ਼ ਦੀ ਐਮਰਜੈਂਸੀ ਘੋਸ਼ਿਤ ਕੀਤੀ। ਮਿਸ਼ੀਗਨ ਵਿੱਚ ਵੀ ਮੀਂਹ ਪੈ ਰਿਹਾ। ਇਸ ਦੇ ਨਾਲ ਹੀ ਇਹਨਾਂ ਇਲਾਕਿਆਂ 'ਚ ਬਰਫੀਲੇ ਹਾਲਾਤ ਤੇ ਗੇਰਾਲਡ ਆਰ ਫੋਰਡ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਯਾਤਰੀਆਂ ਦੀ ਉਡਾਣ ਲੇਟ ਹੋਈ। ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਯੋਂਗ ਉਨ ਨੇ ਅਮਰੀਕਾ ਤੇ ਉਸਦੇ ਸਹਿਯੋਗੀਆਂ ਨੂੰ ਪਰਮਾਣੂ ਹਮਲੇ ਦੀ ਧਮਕੀ ਦਿੱਤੀ। ਕਿਮ ਯੋਂਗ ਨੇ ਆਪਣੇ ਦੇਸ਼ ਦੇ ਮਿਜ਼ਾਈਲ ਪ੍ਰੀਖਣ ਦਾ ਨਿੱਜੀ ਤੌਰ ਤੇ ਨਿਰੀਖਣ ਕਰਨ ਤੋਂ ਬਾਅਦ ਇਹ ਗੱਲ ਕਹੀ। ਉਹਨਾਂ ਨੇ ਕਿਹਾ ਕਿ ਧਮਕੀਆਂ ਦਾ ਜਵਾਬ ਪਰਮਾਣੂ ਹਥਿਆਰਾਂ ਨਾਲ ਦਿੱਤਾ ਜਾਏਗਾ। ਉੱਘੇ ਭਾਰਤੀ ਅਮਰੀਕੀ ਸਿੱਖਿਆ ਸ਼ਾਸਤਰੀ ਸੁਨੀਲ ਕੁਮਾਰ ਨੂੰ ਮੈਸਾਚਿਉਸੇਟਸ ਸਥਿਤ ਟਫਟਸ ਯੂਨੀਵਰਸਿਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹ ਇਸ ਅਹੁਦੇ ਤੇ ਪਹੁੰਚਣ ਵਾਲੇ ਪਹਿਲੇ ਗੈਰ ਗੋਰੇ ਵਿਅਕਤੀ ਨੇ। ਯੂਨੀਵਰਸਿਟੀ ਵੱਲੋਂ ਵੀਰਵਾਰ ਨੂੰ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ। ਬਿਆਨ ਦੇ ਅਨੁਸਾਰ ਵਰਤਮਾਨ ਵਿੱਚ ਜੌਨਸ ਹੌਪਕਿੰਸ ਯੂਨੀਵਰਸਿਟੀ 'ਚ ਅਕਾਦਮਿਕ ਮਾਮਲਿਆਂ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰੋਵੋਸਟ ਦੇ ਅਹੁਦੇ ਦੇ ਤਾਇਨਜ ਕੁਮਾਰ ਨੂੰ ਟਫਟਸ ਯੂਨੀਵਰਸਿਟੀ ਦੇ ਟਰਸਟੀ ਬੋਰਡ ਵੱਲੋਂ ਅਗਲੇ ਪ੍ਰਧਾਨ ਵੱਲੋਂ ਨਾਮਜ਼ਦ ਕੀਤਾ ਗਿਆ। ਇਸ ਵਿੱਚ ਕਿਹਾ ਗਿਆ ਕਿ ਉਹ 1 ਜੁਲਾਈ 2023 ਨੂੰ ਟਫਟਸ ਯੂਨੀਵਰਸਿਟੀ ਦੇ 14ਵੇਂ ਪ੍ਰਧਾਨ ਵਜੋਂ ਐਂਥਨੀ ਮੋਨਾਕੇ ਦੀ ਥਾਂ ਲੈਣਗੇ। ਬਿਆਨ ਵਿੱਚ ਕਿਹਾ ਗਿਆ ਕਿ ਕੁਮਾਰ ਇਹ ਅਹੁਦਾ ਸੰਭਾਲਣ ਵਾਲੇ ਪਹਿਲੇ ਗੈਰ ਗੋਰੇ ਵਿਅਕਤੀ ਹੋਣਗੇ। ਬੋਰਡ ਆਫ ਟਰਸਟੀਜ਼ ਦੇ ਚੇਅਰਮੈਨ ਅਤੇ ਪ੍ਰੈਜ਼ੀਡੈਂਸ਼ੀਅਲ ਸਰਚ ਕਮੇਟੀ ਦੇ ਚੇਅਰਮੈਨ ਪੀਟਰ ਡੋਲਨ ਨੇ ਕਿਹਾ ਕਿ ਕੁਮਾਰ ਦਾ ਇੱਕ ਨੇਤਾ, ਸਿੱਖਿਅਕ ਅਤੇ ਸਹਿਯੋਗੀ ਦੇ ਤੌਰ ਤੇ ਬਹੁਤ ਮਜ਼ਬੂਤ ਰਿਕਾਰਡ ਹੈ। ਭਾਰਤ ਵਿੱਚ ਜਨਮੇ ਕੁਮਾਰ ਇੱਕ ਪੁਲਿਸ ਅਧਿਕਾਰੀ ਦੇ ਪੁੱਤਰ ਨੇ ਅਤੇ ਇਸ ਤੋਂ ਪਹਿਲਾਂ ਉਹ ਯੂਨੀਵਰਸਿਟੀ ਆਫ ਸ਼ਿਕਾਗੋ ਬੂਥ ਸਕੂਲ ਆਫ ਬਿਜ਼ਨਸ ਦੇ ਡੀਨ ਰਹਿ ਚੁੱਕੇ ਨੇ। ਕੁਮਾਰ ਮੈਂਗਲੋਰ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਗ੍ਰੈਜੂਏਟ ਨੇ ਅਤੇ ਬੈਂਗਲੁਰੂ ਸਥਿਤ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਤੋਂ ਕੰਪਿਊਟਰ ਵਿਗਿਆਨ ਅਤੇ ਆਟੋਮੇਸ਼ਨ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ। ਕੁਮਾਰ ਨੇ ਸਾਲ 1996 ਵਿੱਚ ਇਲੀਨੋਇਸ ਯੂਨੀਵਰਸਿਟੀ ਤੋਂ PhD ਕੀਤੀ। ਕੁਮਾਰ ਦਾ ਅਕਾਦਮਿਕ ਕਰੀਅਰ ਸਟੈਨਫੋਰਡ ਗ੍ਰੈਜੂਏਟ ਸਕੂਲ ਆਫ ਬਿਜ਼ਨਸ ਤੋਂ ਸ਼ੁਰੂ ਹੋਇਆ, ਜਿੱਥੇ ਉਹਨਾਂ ਨੇ 12 ਸਾਲ ਪੜ੍ਹਾਈ ਕੀਤੀ। ਆਪਣੇ ਬਿਆਨ ਵਿੱਚ ਕੁਮਾਰ ਨੇ ਕਿਹਾ ਹੈ ਕਿ ਨਵੇਂ ਪ੍ਰਧਾਨ ਵਜੋਂ ਉਹਨਾਂ ਦੀ ਤਰਜੀਹ ਅਜਿਹਾ ਰਾਹ ਵਿਕਸਿਤ ਕਰਨ ਦੀ ਹੋਏਗੀ ਕਿ ਵੱਧ ਤੋਂ ਵੱਧ ਸਰੋਤਾਂ ਨੂੰ ਯਕੀਨ ਕਰਕੇ ਟਫਟਸ ਨੂੰ ਜਿੰਨਾ ਸੰਭਵ ਹੋ ਸਕੇ ਵਿੱਤੀ ਤੌਰ ਤੇ ਕਿਫਾਇਤੀ ਬਣਾਇਆ ਜਾ ਸਕੇ। ਟਫਟਸ ਦੀ ਵੈਬਸਾਈਟ ਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਕੁਮਾਰ ਨੇ ਕਿਹਾ ਕਿ ਜੇਕਰ ਇਲੀਨੋਇਸ ਯੂਨੀਵਰਸਿਟੀ ਵਿੱਚ ਗ੍ਰੈਜੂਏਟ ਵਿਦਿਆਰਥੀ ਰਹਿਣ ਦੌਰਾਨ ਉਹਨਾਂ ਨੂੰ ਪੂਰੀ ਵਿੱਤੀ ਸਹਾਇਤਾ ਮਿਲੀ ਹੁੰਦੀ ਤਾਂ ਉਹਨਾਂ ਨੂੰ ਇਹ ਅਹੁਦਾ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਹਾਸਲ ਨਾ ਹੁੰਦਾ।
1984 ਦੇ ਸਿੱਖ ਕਤਲੇਆਮ ਦਾ ਮੁੱਦਾ ਅਮਰੀਕੀ ਸੰਸਦ ਵਿੱਚ ਗੂੰਜਿਆ ਜਦੋਂ ਡੈਮੋਕ੍ਰੈਟਿਕ ਪਾਰਟੀ ਦੇ ਡੋਨਾਲਡ ਨੌਕਰੌਸ ਨੇ ਹਾਊਸ ਆਫ ਰਿਪਰੈਜ਼ੈਂਟੇਟਿਵਜ਼ ਵਿੱਚ ਪੀੜਤ ਪਰਿਵਾਰਾਂ ਨਾਲ ਇਕਜੁੱਟਤਾ ਦਾ ਇਜ਼ਹਾਰ ਕਰਦਿਆਂ 1 ਨਵੰਬਰ ਤੋਂ 3 ਨਵੰਬਰ ਤੱਕ ਵਾਪਰੇ ਘਟਨਾਕ੍ਰਮ ਨੂੰ ਘਿਨਾਉਣਾ ਕਰਾਰ ਦਿੱਤਾ। ਨੌਕਰੌਸ ਨੇ ਕਿਹਾ ਕਿ ਉਹ ਸਿੱਖ ਭੈਣ ਭਰਾਵਾਂ ਦੇ ਸ਼ੁਕਰਗੁਜ਼ਾਰ ਨੇ ਜਿਨ੍ਹਾਂ ਨੇ ਅਮਰੀਕਾ ਦੀ ਸੱਭਿਆਚਾਰਕ, ਵਿਦਿਅਕ, ਆਰਥਿਕ ਅਤੇ ਧਾਰਮਿਕ ਖੁਸ਼ਹਾਲੀ ਵਿੱਚ ਯੋਗਦਾਨ ਪਾਇਆ। ਅਮਰੀਕਾ ਦੇ 4 ਵੱਡੇ ਸ਼ਹਿਰਾਂ ਦੀ ਕਮਾਨ ਅਫਰੀਕੀ ਮੂਲ ਦੇ ਅਮਰੀਕੀਆਂ ਦੇ ਹੱਥਾਂ 'ਚ ਆ ਗਈ ਹੈ। ਇਨ੍ਹਾਂ ਸ਼ਹਿਰਾਂ ਵਿੱਚ ਨਿਊਯਾਰਕ, ਲਾਸ ਏਂਜਲਸ, ਸ਼ਿਕਾਗੋ ਤੇ ਹੌਸਟਨ ਸ਼ਾਮਲ ਨੇ। ਕੋਰੀਨ ਬਾਸ ਅਗਲੇ ਮਹੀਨੇ ਲਾਸ ਏਂਜਲਸ ਦੇ ਮੇਅਰ ਵਜੋਂ ਸਹੁੰ ਚੁੱਕਣਗੇ। ਅਫਰੀਕਨ ਅਮਰੀਕਨ ਮੇਅਰਜ਼ ਐਸੋਸੀਏਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਾਲੇ ਵਿਅਕਤੀ ਮੇਅਰ ਦੀਆਂ ਚੋਣਾਂ ਨਿਰੰਤਰ ਜਿੱਤ ਰਹੇ ਨੇ। ਅਸੀਂ ਇਸ ਪ੍ਰਗਤੀ ਤੋਂ ਉਤਸ਼ਾਹਿਤ ਹਾਂ। ਇਹ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਦੇ 4 ਸ਼ਹਿਰਾਂ ਦੀ ਕਮਾਨ ਅਫਰੀਕੀ ਮੂਲ ਦੇ ਕਾਲੇ ਵਿਅਕਤੀਆਂ ਦੇ ਹੱਥਾਂ 'ਚ ਆ ਗਈ ਹੈ। 6ਵੀਂ ਵਾਰ ਕਾਂਗਰਸ ਦੀ ਮੈਂਬਰ ਬਣੀ ਕੋਰੀਨ ਬਾਸ, ਜੋ ਦੱਖਣੀ ਤੋਂ ਪੱਛਮੀ ਲਾਸ ਏਂਜਲਸ ਦੀ ਪ੍ਰਤੀਨਿਧਤਾ ਕਰਦੀ ਹੈ, ਲਾਸ ਏਂਜਲਸ ਦੀ ਪਹਿਲੀ ਔਰਤ ਮੇਅਰ ਵਜੋਂ ਇਸ ਸਾਲ 12 ਦਸੰਬਰ ਨੂੰ ਸਹੁੰ ਚੁੱਕਣਗੇ, ਜਦਕਿ ਨਿਊਯਾਰਕ ਵਿੱਚ ਐਰਿਕ ਐਮਜ਼, ਸ਼ਿਕਾਗੋ ਵਿੱਚ ਲੌਰੀ ਲਾਈਟਫੁੱਟ ਤੇ ਹੌਸਟਨ ਵਿੱਚ ਸਿਲਵੈਸਟਰ ਟਰਨਰ ਪਹਿਲਾਂ ਹੀ ਮੇਅਰ ਵਜੋਂ ਕੰਮ ਕਰ ਰਹੇ ਨੇ। ਇਹ ਸਾਰੇ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰ ਨੇ। ਅਫਰੀਕਨ ਅਮਰੀਕਨ ਮੇਅਰਜ਼ ਐਸੋਸੀਏਸ਼ਨ ਦੀ CEO ਫਿਲਿਸ ਡਿਕਰਨਸ ਨੇ ਕਿਹਾ ਕਿ ਉਸ ਦਾ ਵਿਸ਼ਵਾਸ ਹੈ ਕਿ ਕਾਲੇ ਲੋਕਾਂ ਦੇ ਮੇਅਰ ਬਣਨ ਨਾਲ ਸਥਾਨਕ ਤੇ ਕੌਮੀ ਪੱਧਰ ਉੱਪਰ ਹਾਂ ਪੱਖੀ ਅਸਰ ਪਏਗਾ। ਉਂਝ ਵੀ ਕਾਲੇ ਲੋਕ ਜ਼ਮੀਨ ਨਾਲ ਜੁੜੇ ਹੋਏ ਲੋਕ ਨੇ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਭਲੀ-ਭਾਂਤ ਸਮਝਦੇ ਨੇ। ਪੁਰਤੋ ਰੀਕੋ ਦੇ ਤੱਟ ਤੇ ਸ਼ੱਕੀ ਨਸ਼ਾ ਤਸਕਰਾਂ ਵੱਲੋਂ ਕੀਤੀ ਗੋਲੀਬਾਰੀ ਵਿੱਚ US ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਇੱਕ ਜਵਾਨ ਦੀ ਮੌਤ ਹੋ ਗਈ ਹੈ ਤੇ 2 ਹੋਰ ਜ਼ਖਮੀ ਹੋਏ ਨੇ। ਇਹ ਜਾਣਕਾਰੀ CBP ਦੇ ਬੁਲਾਰੇ ਜ਼ੈਫਰੀ ਕੋਇਨੋਨਸ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇੱਕ ਜਵਾਨ ਨੂੰ ਮਾਈਗਾਓਗੇਸ ਦੇ ਇੱਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਕੁਝ ਮਿੰਟ ਪਹਿਲਾਂ ਮੌਤ ਹੋਣ ਦੀ ਸੂਚਨਾ ਮਿਲੀ ਹੈ। ਉਹਨਾਂ ਘਟਨਾਵਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਪੁਰਤੋ ਰੀਕੋ ਤੱਟ ਤੇ 3 ਜਵਾਨ ਗਸ਼ਤ ਕਰ ਰਹੇ ਸਨ ਜਦੋਂ ਸ਼ੱਕੀ ਤਸਕਰ ਜੋ ਕਿਸ਼ਤੀ ਵਿੱਚ ਸਵਾਰ ਸਨ ਨੇ ਉਹਨਾਂ ਉੱਪਰ ਗੋਲੀ ਚਲਾ ਦਿੱਤੀ। ਜਵਾਨਾਂ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ, ਜਿਸ ਦੌਰਾਨ ਇੱਕ ਸ਼ੱਕੀ ਤਸਕਰ ਮਾਰਿਆ ਗਿਆ ਤੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਤਸਕਰਾਂ ਦੀ ਕੌਮੀਅਤ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੂੰ ਅਮਰੀਕੀ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਮਾਮਲੇ ਵਿੱਚ ਭੂਮਿਕਾ ਲਈ ਮੁਕੱਦਮੇ ਤੋਂ ਮੁਕਤ ਮੰਨਿਆ ਜਾਣਾ ਚਾਹੀਦਾ ਹੈ। ਇਹ ਅਮਰੀਕੀ ਸਰਕਾਰ ਦੇ ਰੁਖ ਵਿੱਚ ਇੱਕ ਵੱਡਾ ਬਦਲਾਅ ਹੈ, ਕਿਉਂਕਿ ਰਾਸ਼ਟਰਪਤੀ ਜੋ ਬਾਈਡਨ ਨੇ ਬੇਰਹਿਮੀ ਨਾਲ ਕੀਤੇ ਕਤਲ ਨੂੰ ਲੈ ਕੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਨਿੰਦਾ ਕਰਨ ਲਈ ਇੱਕ ਜ਼ੋਰਦਾਰ ਮੁਹਿੰਮ ਚਲਾਈ ਹੈ। ਅਮਰੀਕੀ ਪ੍ਰਸ਼ਾਸਨ ਨੇ ਵੀਰਵਾਰ ਨੂੰ ਕਿਹਾ ਕਿ ਕ੍ਰਾਊਨ ਪ੍ਰਿੰਸ ਦੀ ਅਸਲ ਸਥਿਤੀ ਅਤੇ ਉਹਨਾਂ ਦੀ ਹਾਲ ਹੀ ਵਿੱਚ ਸਾਊਦੀ ਅਰਬ ਦਾ ਪ੍ਰਧਾਨ ਮੰਤਰੀ ਬਣਾਏ ਜਾਣ ਨੂੰ ਵੇਖਦੇ ਹੋਏ ਵਾਸ਼ਿੰਗਟਨ ਪੋਸਟ ਦੇ ਮਾਰੇ ਗਏ ਕਾਲਮ ਨਵੀਸ ਦੀ ਪ੍ਰੇਮਿਕਾ ਅਤੇ ਖਗੋਸ਼ੀ ਵੱਲੋਂ ਸਥਾਪਿਤ ਅਧਿਕਾਰ ਡੈਮੋਕ੍ਰੇਸੀ ਫਾਰ ਦੀ ਅਰਬ ਵਰਲਡ ਨਾਓ ਦੀ ਤਰਫੋਂ ਦਾਇਰ ਮੁਕੱਦਮੇ ਵਿੱਚ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਪ੍ਰਸ਼ਾਸਨ ਨੇ ਕਿਹਾ ਕਿ ਉਸ ਦੀ ਇਹ ਬੇਨਤੀ ਗੈਰ ਪਾਬੰਦ ਹੈ ਅਤੇ ਉਹਨਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਏ ਜਾਂ ਨਹੀਂ, ਇਸ ਬਾਰੇ ਕੋਈ ਜੱਜ ਹੀ ਆਖਰਕਾਰ ਫੈਸਲਾ ਕਰੇਗਾ। ਪਰ ਪ੍ਰਸ਼ਾਸਨ ਦੇ ਇਸ ਕਦਮ ਨਾਲ ਮਨੁੱਖੀ ਅਧਿਕਾਰ ਕਾਰਕੁਨਾਂ ਤੇ ਕਈ ਅਮਰੀਕੀ ਸੰਸਦ ਮੈਂਬਰਾਂ ਦਾ ਨਾਰਾਜ਼ ਹੋਣਾ ਤੈਅ ਹੈ, ਕਿਉਂਕਿ ਸਾਊਦੀ ਅਰਬ ਨੇ ਦੇਸ਼ ਅਤੇ ਵਿਦੇਸ਼ ਵਿੱਚ ਸ਼ਾਂਤਮਈ ਆਲੋਚਕਾਂ ਦੇ ਖਿਲਾਫ ਜੇਲ੍ਹ ਅਤੇ ਹੋਰ ਜਵਾਬੀ ਕਾਰਵਾਈ ਨੂੰ ਸਖਤ ਕਰਨ ਸਮੇਤ ਤੇਲ ਉਤਪਾਦਨ ਵਿੱਚ ਕਟੌਤੀ ਕਰ ਦਿੱਤੀ ਹੈ। ਵਿਦੇਸ਼ ਵਿਭਾਗ ਨੇ ਵੀਰਵਾਰ ਨੂੰ ਖਸ਼ੋਗੀ ਦੇ ਕਤਲ ਦੇ ਮਾਮਲੇ 'ਚ ਸਾਊਦੀ ਕ੍ਰਾਊਨ ਪ੍ਰਿੰਸ ਨੂੰ ਅਮਰੀਕੀ ਅਦਾਲਤੀ ਕਾਰਵਾਈ ਤੋਂ ਬਚਾਉਣ ਦੇ ਸੱਦੇ ਨੂੰ ਪੂਰੀ ਤਰ੍ਹਾਂ ਕਾਨੂੰਨੀ ਫੈਸਲਾ ਦੱਸਿਆ। ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਹੁਣ ਕੰਪਨੀ ਨੂੰ ਪੂਰੀ ਤਰ੍ਹਾਂ ਆਪਣੀਆਂ ਸ਼ਰਤਾਂ ਤੇ ਚਲਾ ਰਹੇ ਨੇ। ਉਹ ਟਵਿੱਟਰ ਲਈ ਹਰ ਰੋਜ਼ ਕੁਝ ਨਵਾਂ ਕਰਦੇ ਨਜ਼ਰ ਆ ਰਹੇ ਨੇ। ਟਵਿੱਟਰ ਨੂੰ ਪ੍ਰਾਪਤੀ ਕਰਦੇ ਹੋਏ ਉਹਨਾਂ ਨੇ ਵੱਡੇ ਪੱਧਰ ਤੇ ਛਾਂਟੀ ਕੀਤੀ ਅਤੇ ਕਰਮਚਾਰੀਆਂ ਨੂੰ ਵੱਡੇ ਪੱਧਰ ਤੇ ਨੌਕਰੀ ਤੋਂ ਕੱਢਿਆ। ਹੁਣ ਉਹ ਟਵਿੱਟਰ ਲਈ ਨਵੀਂ ਨੀਤੀ ਲੈ ਕੇ ਆਏ ਨੇ। ਜੀ ਹਾਂ, ਮਸਕ ਨੇ ਸਪਸ਼ਟ ਕੀਤਾ ਹੈ ਕਿ ਉਹ ਪ੍ਰਗਟਾਵੇ ਦੀ ਆਜ਼ਾਦੀ ਦੇ ਬਿਲਕੁਲ ਵਿਰੁੱਧ ਨਹੀਂ, ਪਰ ਹੁਣ ਟਵਿੱਟਰ ਤੇ ਨਕਾਰਾਤਮਕ ਅਤੇ ਭੜਕਾਊ ਟਵੀਟ ਕਰਨ ਤੇ ਸਖਤ ਕਾਰਵਾਈ ਕੀਤੀ ਜਾਏਗੀ। ਮਸਕ ਨੇ ਟਵੀਟ ਵਿੱਚ ਕਿਹਾ ਕਿ ਟਵਿੱਟਰ ਦੀ ਨਵੀਂ ਨੀਤੀ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਹੈ, ਪਰ ਪਹੁੰਚ ਦੀ ਕੋਈ ਆਜ਼ਾਦੀ ਨਹੀਂ ਹੈ। ਨਕਾਰਾਤਮਕ ਨਫ਼ਰਤ ਭਰੇ ਟਵੀਟਸ ਨੂੰ ਵੱਧ ਤੋਂ ਵੱਧ ਡੀਬੂਸਟ ਕੀਤਾ ਜਾਏਗਾ ਅਤੇ ਨਾਲ ਦੇ ਨਾਲ ਡੀਮੋਨੇਟਾਈਜ਼ ਕੀਤਾ ਜਾਏਗਾ। ਟਵਿੱਟਰ ਤੇ ਕੋਈ ਇਸ਼ਤਿਹਾਰ ਜਾਂ ਆਮਦਨ ਦੇ ਹੋਰ ਸਾਧਨ ਉਪਲਬਧ ਨਹੀਂ ਹੋਣਗੇ। ਜਦੋਂ ਤੱਕ ਤੁਸੀਂ ਖਾਸ ਤੌਰ ਤੇ ਇਸ ਦੀ ਖੋਜ ਨਹੀਂ ਕਰਦੇ, ਤੁਹਾਨੂੰ ਉਦੋਂ ਤੱਕ ਟਵੀਟ ਨਹੀਂ ਮਿਲੇਗਾ। US ਬਲੱਡ ਟੈਸਟਿੰਗ ਕੰਪਨੀ ਥੈਰਾਨੋਸ ਦੀ CEO ਐਲਿਜ਼ਾਬੈਥ ਹੋਮਜ਼ ਨੂੰ ਸ਼ੁੱਕਰਵਾਰ ਨੂੰ 11 ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਗਈ। ਹੋਮਜ਼ ਨੂੰ ਕੈਲੀਫੋਰਨੀਆ ਦੀ ਇੱਕ ਅਦਾਲਤ ਨੇ ਇੱਕ ਪੈਸਿਵ ਬਲੱਡ ਟੈਸਟਿੰਗ ਸਟਾਰਟਅਪ ਵਿੱਚ ਨਿਵੇਸ਼ਕਾਂ ਨੂੰ ਧੋਖਾ ਦੇਣ ਦੇ ਲਈ
11 ਸਾਲ ਅਤੇ 3 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਤੁਹਾਨੂੰ ਇੱਥੇ ਦੱਸ ਦੇਈਏ ਕਿ ਉਹਨਾਂ ਨੇ ਅਮਰੀਕਾ ਵਿੱਚ ਖੂਨ ਦੀ ਜਾਂਚ ਵਿੱਚ ਕ੍ਰਾਂਤੀ ਲਿਆਉਣ ਦਾ ਵਾਅਦਾ ਕੀਤਾ ਸੀ ਅਤੇ ਇਸ ਦੇ ਨਾਂ ਉੱਤੇ ਉਸਨੇ ਨਿਵੇਸ਼ਕਾਂ ਨੂੰ ਧੋਖਾ ਦਿੱਤਾ ਸੀ। ਕੈਲੀਫੋਰਨੀਆ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਐਡਵਰਡ ਡੇਵਿਲਾ ਨੇ ਹੋਮਜ਼ ਨੂੰ ਨਿਵੇਸ਼ਕ ਧੋਖਾਧੜੀ ਦੇ 3 ਮਾਮਲਿਆਂ ਅਤੇ ਸਾਜ਼ਿਸ਼ ਦੇ ਇੱਕ ਮਾਮਲੇ ਵਿੱਚ ਸਜ਼ਾ ਸੁਣਾਈ। ਤੁਹਾਨੂੰ ਇੱਥੇ ਵੀ ਦੱਸ ਦੇਈਏ ਕਿ ਇੱਕ ਜਿਊਰੀ ਨੇ 3 ਮਹੀਨੇ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਜਨਵਰੀ ਵਿੱਚ 38 ਸਾਲਾ ਹੋਮਜ਼ ਨੂੰ ਦੋਸ਼ੀ ਠਹਿਰਾਇਆ। ਸਜ਼ਾ ਸੁਣਾਏ ਜਾਣ ਤੋਂ ਬਾਅਦ ਹੋਮਜ਼ ਆਪਣੇ ਮਾਤਾ-ਪਿਤਾ ਅਤੇ ਆਪਣੇ ਸਾਥੀ ਨੂੰ ਗਲੇ ਲਗਾਉਂਦੀ ਹੈ। ਅਦਾਲਤ ਦੀ ਸੁਣਵਾਈ ਦੌਰਾਨ ਹੋਮਜ਼ ਰੋ ਪਈ ਕਿਉਂਕਿ ਉਹ ਆਪਣੀਆਂ ਅਸਫਲਤਾਵਾਂ ਤੋਂ ਨਿਰਾਸ਼ ਹੋ ਗਈ ਸੀ। ਤੁਹਾਨੂੰ ਦੱਸ ਦਈਏ ਕਿ ਜਦੋਂ ਉਹਨਾਂ ਨੇ ਸਟਾਰਟਅਪ ਸ਼ੁਰੂ ਕੀਤਾ ਤਾਂ ਉਹਨਾਂ ਨੇ ਵੱਡੇ ਦਾਅਵੇ ਕੀਤੇ ਸਨ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਅਜਿਹਾ ਬਲੱਡ ਐਨਾਲਾਈਜ਼ਰ ਤਿਆਰ ਕੀਤਾ ਜਿਨ੍ਹਾਂ ਨੂੰ ਕਿਤੇ ਵੀ ਲਿਆ ਜਾ ਸਕਦਾ ਹੈ। ਉਹਨਾਂ ਨੇ ਦਾਅਵਾ ਕੀਤਾ ਸੀ ਕਿ ਇਸ ਮਸ਼ੀਨ ਨਾਲ ਖੂਨ ਦੀ ਜਾਂਚ ਆਸਾਨੀ ਨਾਲ ਕੀਤੀ ਜਾਏਗੀ। ਉਹਨਾਂ ਨੇ ਕਿਹਾ ਸੀਗਾ ਕਿ ਮਸ਼ੀਨ ਦੀ ਮਦਦ ਨਾਲ ਉਂਗਲੀ ਤੋਂ ਖੂਨ ਲੈ ਕੇ ਸਾਰੇ ਟੈਸਟ ਕੀਤੇ ਜਾ ਸਕਦੇ ਨੇ, ਜਿਸ ਲਈ ਉਹਨਾਂ ਨੂੰ ਕਾਫੀ ਨਿਵੇਸ਼ ਹੋਇਆ। ਹਾਲਾਂਕਿ ਉਸਦੇ ਸਾਰੇ ਦਾਅਵੇ ਝੂਠੇ ਨਿਕਲੇ। ਉਹਨਾਂ ਨੇ ਨਿਵੇਸ਼ਕਾਂ ਨੂੰ ਠੱਗਣ ਦਾ ਕੰਮ ਕੀਤਾ। ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ ਵੈਨ ਪਾਣੀ ਨਾਲ ਭਰੀ ਖਾਈ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 12 ਬੱਚਿਆਂ ਸਮੇਤ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਵੀਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਖੈਰਪੁਰ ਤੋਂ ਪ੍ਰਾਂਤ ਦੇ ਸਹਿਵਾਨ ਸ਼ਰੀਫ ਜਾ ਰਹੀ ਇੱਕ ਯਾਤਰੀ ਵੈਨ, ਜਿਸ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਖੈਰਪੁਰ ਦੇ ਨੇੜੇ ਸਿੰਧੂ ਹਾਈਵੇ ਤੇ ਹੜ੍ਹ ਦੇ ਪਾਣੀ ਕਾਰਨ ਬਣੀ ਖਾਈ 'ਚ ਡਿੱਗ ਪਈ। ਪਾਕਿਸਤਾਨ ਦੇ ਦੁਨੀਆ ਟੀਵੀ ਨੇ ਦੱਸਿਆ ਹੈ ਕਿ ਇਸ ਹਾਦਸੇ ਵਿੱਚ 12 ਬੱਚਿਆਂ ਸਮੇਤ 20 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਕਈ ਹੋਰ ਜ਼ਖਮੀ ਹੋ ਗਏ ਨੇ। ਪੁਲਿਸ ਦੇ ਮੁਤਾਬਕ ਲਾਸ਼ਾਂ ਨੂੰ ਬਾਹਰ ਕੱਢ ਕੇ ਸੈयद ਅਬਦੁੱਲਾ ਸ਼ਾਹ ਇੰਸਟੀਚਿਊਟ ਸਹਿਬਾਨ ਸ਼ਰੀਫ ਲਿਜਾਇਆ ਗਿਆ। ਘਟਨਾ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਇਮਰਾਨ ਕੁਰੈਸ਼ੀ ਨੇ ਦੱਸਿਆ ਕਿ ਵੈਨ ਖੈਰਪੁਰ ਜ਼ਿਲ੍ਹੇ ਤੋਂ ਸ਼ਰਧਾਲੂਆਂ ਨੂੰ ਸਹਿਬਾਨ ਸਥਿਤ ਇੱਕ ਮਸ਼ਹੂਰ ਸੂਫੀ ਦਰਗਾਹ ਤੇ ਲੈ ਕੇ ਜਾ ਰਹੀ ਸੀ। ਸਿੰਧ ਨਦੀ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਹਾਈਵੇ ਨੇੜੇ 30 ਫੁੱਟ ਚੌੜਾ ਕੱਟ ਬਣਾ ਦਿੱਤਾ ਗਿਆ। ਇਹ ਟੋਆ 2 ਮਹੀਨੇ ਪਹਿਲਾਂ ਆਏ ਹੜ੍ਹਾਂ ਦੌਰਾਨ ਪਾਣੀ ਨਾਲ ਭਰ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਦੀ ਅਣਗਹਿਲੀ ਕਾਰਨ 2 ਮਹੀਨਿਆਂ ਤੋਂ ਕੱਟ ਬੰਦ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਦੇ ਨਾਲ ਹੀ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਇਸ ਹਾਦਸੇ ਦੇ ਦੁੱਖ ਪ੍ਰਗਟ ਕੀਤਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਹੜ੍ਹਾਂ ਨਾਲ ਸਿੰਧ ਅਤੇ ਬਲੋਚਿਸਤਾਨ ਖੇਤਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਨੇ। ਮੌਨਸੂਨ ਦੇ ਹੜ੍ਹਾਂ ਵਿੱਚ ਸਿੰਧ ਵਿੱਚ 784% ਅਤੇ ਬਲੋਚਿਸਤਾਨ ਵਿੱਚ 496% ਦਾ ਵਾਧਾ ਦਰਜ ਕੀਤਾ ਗਿਆ ਹੈ। ਪਾਕਿਸਤਾਨ ਦੇ ਇਹਨਾਂ ਦੋਵੇਂ ਇਲਾਕਿਆਂ 'ਚ ਇਸ ਸਾਲ ਜੁਲਾਈ 'ਚ ਬਾਰਿਸ਼ ਨੇ 30 ਸਾਲਾਂ ਦੇ ਰਿਕਾਰਡ ਪਾਰ ਕਰ ਲਿਆ ਸੀ। ਹੋਰਨਾਂ ਮੁਲਕਾਂ ਦੀ ਤਰ੍ਹਾਂ ਕੈਨੇਡਾ ਵਿੱਚ ਵੀ ਮੌਜੂਦ ਸਮੇਂ ਕਰੋਨਾ ਦੇ ਕੇਸ ਅਤੇ ਲੋਕਾਂ ਦੇ ਮਨਾਂ ਵਿੱਚ ਇਸ ਮਹਾਮਾਰੀ ਦਾ ਖੌਫ ਕਾਫੀ ਘਟ ਚੁੱਕਾ ਹੈ। ਬੰਦਸ਼ਾਂ ਵਿੱਚ ਢਿੱਲ ਮਿਲ ਚੁੱਕੀ ਹੈ। ਜੇਕਰ ਇਕੱਲੇ ਓਨਟਾਰੀਓ ਦੀ ਗੱਲ ਕੀਤੀ ਜਾਏ ਤਾਂ ਇੱਥੇ ਕਰੋਨਾ ਦੇ ਕੇਸਾਂ ਵਿੱਚ ਕਾਫੀ ਗਿਰਾਵਟ ਆ ਚੁੱਕੀ ਹੈ। ਹਾਲਾਂਕਿ ਸੂਬੇ ਵਿੱਚ ਮੌਤਾਂ ਦਾ ਅੰਕੜਾ ਹੁਣ ਤੱਕ 15,000 ਤੋਂ ਪਾਰ ਹੋ ਚੁੱਕਾ ਹੈ। ਐਡੀਲੇਡ ਜਾਨੀ ਕਿ ਆਸਟ੍ਰੇਲੀਆ ਦੇ ਐਡੀਲੇਡ ਦੇ ਇੱਕ ਸਟੋਰ ਵਿੱਚ ਪ੍ਰਦਰਸ਼ਿਤ ਮਾੜੇ ਸ਼ਬਦਾਂ ਵਾਲੇ ਚਿੰਨ੍ਹ ਲਈ ਆਸਟ੍ਰੇਲੀਅਨ ਪੋਸਟ ਅਣਰੱਖਿਅਤ ਤੌਰ ਤੇ ਮਾਫੀ ਮੰਗੀ ਹੈ। ਆਸਟ੍ਰੇਲੀਅਨ ਪੋਸਟ ਦੇ ਗਾਹਕਾਂ ਦੀ ਇਹ ਸਲਾਹ ਦੇਣ ਦਾ ਇਰਾਦਾ ਸੀਗਾ ਕਿ ਉਹ ਭਾਰਤੀ ਪਾਸਪੋਰਟਸ ਦੇ ਲਈ ਫੋਟੋਆਂ ਲੈਣ ਵਿੱਚ ਅਸਮਰੱਥ ਹੈ। ਇਸ ਤੋਂ ਬਾਅਦ ਆਸਟ੍ਰੇਲੀਆ ਪੋਸਟ ਨੇ ਮਾਫੀ ਮੰਗੀ ਅਤੇ ਕਿਹਾ ਕਿ ਉਹ ਪੂਰੀ ਤਰ੍ਹਾਂ ਜਾਂਚ ਕਰੇਗੀ। ਆਸਟ੍ਰੇਲੀਆਈ ਪੋਸਟ ਨੇ ਕਿਹਾ ਹੈ ਕਿ ਇਹ ਚਿੰਨ੍ਹ ਪ੍ਰਬੰਧਨ ਦੀ ਪ੍ਰਵਾਨਗੀ ਤੋਂ ਬਿਨਾਂ ਸਟੋਰ 'ਚ ਬਣਾਇਆ ਗਿਆ ਸੀ। ਲਿਖੇ ਮੈਟਰ 'ਚ ਇਹ ਸਮਝਾਉਣ ਦਾ ਇਰਾਦਾ ਸੀਗਾ ਕਿ ਸਟੋਰ ਭਾਰਤੀ ਪਾਸਪੋਰਟਾਂ ਦੀਆਂ ਫੋਟੋਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ ਅਸਮਰੱਥ ਸੀ। ਇਸ ਨਿਸ਼ਾਨ ਦੀ ਫੋਟੋ ਜੋ ਵੱਡੇ ਫੌਂਟ ਨੂੰ ਦਰਸਾਉਂਦੀ ਹੈ, ਜਿਸ 'ਚ ਲਿਖਿਆ ਹੈ ਕਿ ਅਸੀਂ ਬਦਕਿਸਮਤੀ ਨਾਲ ਭਾਰਤੀ ਫੋਟੋਆਂ ਨਹੀਂ ਲੈ ਸਕਦੇ, ਜਿਸ ਵਿੱਚ ਭਾਰਤੀ ਸ਼ਬਦਾਂ ਨੂੰ ਵੱਡੇ ਅੱਖਰਾਂ 'ਚ ਲਿਖਿਆ ਗਿਆ ਹੈ। ਆਸਟ੍ਰੇਲੀਆਈ ਪੋਸਟ ਨੂੰ ਉਪਭੋਗਤਾਵਾਂ ਦੁਆਰਾ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ। ਇੱਕ ਬਿਆਨ ਦੇ ਵਿੱਚ ਆਸਟ੍ਰੇਲੀਆਈ ਪੋਸਟ ਨੇ ਕਿਹਾ ਕਿ ਉਸ ਮੁੱਦੇ ਦੀ ਪੂਰੀ ਤਰ੍ਹਾਂ ਜਾਂਚ ਕਰੇਗੀ ਅਤੇ ਉਚਿਤ ਕਾਰਵਾਈ ਕਰੇਗੀ। ਆਸਟ੍ਰੇਲੀਆਈ ਪੋਸਟ ਦੇ ਬੁਲਾਰੇ ਨੇ ਕਿਹਾ ਕਿ ਹਾਲਾਂਕਿ ਇਸ ਚਿੰਨ੍ਹ ਦੀ ਸ਼ਬਦਾਵਲੀ ਮਾਫੀਯੋਗ ਨਹੀਂ ਹੈ, ਅਸੀਂ ਸਮਝਦੇ ਹਾਂ ਕਿ ਭਾਰਤੀ ਕੌਂਸੂਲੇਟ ਨੇ ਇਸ ਪੋਸਟ ਆਫਿਸ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਕਈ ਗਾਹਕਾਂ ਦੀਆਂ ਪੋਸਟਾਂ ਫੋਟੋਆਂ ਨੂੰ ਰੱਦ ਕਰ ਦਿੱਤਾ ਸੀ। ਅਸੀਂ ਤਸਵੀਰਾਂ ਵਾਲੇ ਮੁੱਦੇ ਨੂੰ ਸਮਝਣ ਲਈ ਭਾਰਤੀ ਹਾਈ ਕਮਿਸ਼ਨ ਕੋਲ ਪਹੁੰਚ ਕੀਤੀ, ਇਸ ਲਈ ਅਸੀਂ ਇਸ ਨੂੰ ਤੁਰੰਤ ਸੁਧਾਰ ਕਰਾਂਗੇ। ਦੁਨੀਆ ਭਰ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਸੰਕਟ ਬਹੁਤ ਵੱਧ ਰਹੇ ਨੇ। ਨਿਊ ਸਾਊਥ ਵੇਲਜ਼ ਵਿੱਚ ਨਵੰਬਰ ਮਹੀਨੇ ਤੋਂ ਹੀ ਇੱਕ ਵਾਰੀ ਪ੍ਰਯੋਗ ਨਾ ਹੋਣ ਵਾਲੀ ਪਲਾਸਟਿਕ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਹੈ। ਇਨਵਾਇਰਨਮੈਂਟ ਪ੍ਰੋਟੈਕਸ਼ਨ ਅਥਾਰਟੀ ਮੁਤਾਬਕ 31 ਅਕਤੂਬਰ 2024 ਤੱਕ ਪੂਰੀ ਤਰ੍ਹਾਂ ਖਤਮ ਕੀਤਾ ਜਾਏਗਾ। ਅਥਾਰਟੀ ਦੇ ਮੁਤਾਬਕ ਪਲਾਸਟਿਕ ਦੀ ਜਗ੍ਹਾ ਤੇ ਬਾਂਸ ਤੋਂ ਕਾਗਜ਼ ਤੋਂ ਬਣੀਆਂ ਵਸਤਾਂ ਪ੍ਰਯੋਗ ਕੀਤੀਆਂ ਜਾ ਸਕਦੀਆਂ ਨੇ, ਜਿਨ੍ਹਾਂ ਨੂੰ ਸੌਖੇ ਤਰੀਕੇ ਨਾਲ ਖਤਮ ਕੀਤਾ ਜਾ ਸਕਦਾ ਹੈ। ਇੱਥੇ ਇਹ ਵੀ ਦੱਸ ਦਈਏ ਕਿ ਲਿਫਾਫੇ ਪਿਛਲੀ ਜੂਨ ਤੋਂ ਬੰਦ ਕਰ ਦਿੱਤੇ ਗਏ ਸਨ। ਇਸ ਸਮੇਂ ਪਲਾਸਟਿਕ ਦੇ ਚਮਚੇ, ਪਲੇਟਾਂ, ਸਟ੍ਰॉ, ਮਾਸਕ, ਪਲਾਸਟਿਕ ਦੇ ਡੂੰਘੇ ਤੇ ਕਾਟਨ ਬਰਡਸ ਹੋਰ ਵੀ ਚੀਜ਼ਾਂ ਬੰਦ ਕੀਤੀਆਂ ਗਈਆਂ।
ਸਰੀਰਕ ਪੱਖੋਂ ਪਾਇਜਾਂ ਨੂੰ ਪੀਣ ਦੇ ਲਈ ਸਟ੍ਰॉ ਦੀ ਅਜੇ ਤੱਕ ਮਨਜ਼ੂਰੀ ਹੈ। ਸੰਬੰਧਿਤ ਮਹਿਕਮੇ ਦੇ ਮੁਤਾਬਕ ਇਸ ਨਿਯਮ ਨੂੰ ਗੰਭੀਰਤਾ ਦੇ ਨਾਲ ਨਾ ਲੈਣ ਤੇ ਜੁਰਮਾਨਾ ਅਦਾਲਤ ਦੇ ਅਨੁਸਾਰ 10,000 ਤੱਕ ਦਾ ਵੱਧ ਵੀ ਹੋ ਸਕਦਾ ਹੈ। ਔਰ ਇੱਥੇ ਇਹ ਵੀ ਦੱਸ ਦਈਏ ਕਿ ਪਲਾਸਟਿਕ ਨੂੰ ਮਿੱਟੀ ਵਿੱਚ ਗਲਣ ਲਈ ਕਈ ਸਾਲਾਂ ਦਾ ਸਮਾਂ ਲੱਗਦਾ ਹੈ ਅਤੇ ਅੱਗ ਲੱਗਣ ਦੇ ਨਾਲ ਜਲਣ ਤੇ ਹਵਾ ਜਿਹੜੀ ਹੈ ਉਹ ਪ੍ਰਦੂਸ਼ਿਤ ਹੁੰਦੀ ਹੈ। ਇਕਵਾਡੋਰ ਵਿੱਚ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਜੇਲ੍ਹ 'ਚ ਸੰਘਰਸ਼ ਦੀ ਖਬਰ ਹੈ। ਇਸ ਦੌਰਾਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ। ਇਸ ਜੇਲ੍ਹ ਵਿੱਚ ਪਿਛਲੇ ਸਾਲ ਤੋਂ ਹੁਣ ਤੱਕ 400 ਕੈਦੀਆਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਔਰ ਸਰਕਾਰੀ ਵਕੀਲ ਦੇ ਦਫ਼ਤਰ ਦੇ ਅਨੁਸਾਰ ਰਾਜਧਾਨੀ ਕਿਊਟੋ ਦੇ ਉੱਤਰ ਵਿੱਚ ਐਲਾ ਇੰਕਾ ਜੇਲ੍ਹ ਵਿੱਚ ਹਿੰਸਾ ਭੜਕ ਗਈ। ਲਾਸ਼ਾਂ ਨੂੰ ਕੱਢਣ ਦੇ ਲਈ ਆਪਰੇਸ਼ਨ ਵੀ ਸ਼ੁਰੂ ਕੀਤਾ ਗਿਆ। ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਆਮਿਰ ਫਾਰੂਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖੂਫੀਆ ਰਿਪੋਰਟਾਂ ਦੇ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਇੱਕ ਹੋਰ ਹਮਲਾ ਹੋਣ ਦੀ ਸੰਭਾਵਨਾ ਹੈ। ਜਸਟਿਸ ਫਾਰੂਕ ਨੇ ਪਾਰਟੀ ਦੇ ਵਿਰੋਧ ਕਾਰਨ ਸੜਕ ਨੂੰ ਬੰਦ ਕਰਨ ਸੰਬੰਧੀ ਵਪਾਰੀਆਂ ਵੱਲੋਂ ਪਾਈ ਪਟੀਸ਼ਨ ਦੀ ਸੁਣਵਾਈ ਦੌਰਾਨ ਉਪਰੋਕਤ ਟਿੱਪਣੀ ਕੀਤੀ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਪਟੀਸ਼ਨ ਤੇ ਇਸਲਾਮਾਬਾਦ ਪੁਲਿਸ ਦੇ ਇੰਸਪੈਕਟਰ ਜਨਰਲ ਤੋਂ ਰਿਪੋਰਟ ਮੰਗੀ ਸੀ ਅਤੇ ਗ੍ਰਹਿ ਮੰਤਰਾਲੇ ਨੂੰ ਇਸਲਾਮਾਬਾਦ ਵਿੱਚ ਡਰ ਮੁਕਤ ਵਿਰੋਧ ਪ੍ਰਦਰਸ਼ਨ ਨੂੰ ਯਕੀਨੀ ਬਣਾਉਣ ਲਈ ਰਣਨੀਤੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਸੁਣਵਾਈ ਦੌਰਾਨ ਜਸਟਿਸ ਫਾਰੂਕ ਨੇ ਅਦਾਲਤ ਵਿੱਚ ਪੇਸ਼ ਕੀਤੀ ਖੁਫੀਆ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਖਾਨ ਦੀ ਜਾਨ ਨੂੰ ਖਤਰਾ ਹੈ ਅਤੇ ਉਹਨਾਂ ਤੇ ਇੱਕ ਹੋਰ ਹਮਲਾ ਹੋਣ ਦੀ ਸੰਭਾਵਨਾ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਦੇਖਣਾ ਸਰਕਾਰ ਅਤੇ ਸੂਬੇ ਦੀ ਜ਼ਿੰਮੇਵਾਰੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਚੇਅਰਮੈਨ ਨੂੰ 3 ਨਵੰਬਰ ਨੂੰ ਪੰਜਾਬ ਦੇ ਵਜ਼ੀਰਾਬਾਦ ਵਿੱਚ ਪਾਰਟੀ ਦੇ ਲੌਂਗ ਮਾਰਚ ਦੀ ਅਗਵਾਈ ਕਰਦੇ ਸਮੇਂ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਘਟਨਾ 'ਚ ਪੀਟੀਆਈ ਸਮਰਥਕ ਮੌਜ਼ਮ ਨਵਾਜ਼ ਦੀ ਮੌਤ ਹੋ ਗਈ ਜਦਕਿ ਸਾਬਕਾ ਪ੍ਰਧਾਨ ਮੰਤਰੀ ਸਮੇਤ 14 ਲੋਕ ਜ਼ਖਮੀ ਹੋ ਗਏ ਸਨ। ਵਿਸ਼ਵ ਕੱਪ ਦੇ 8 ਸਟੇਡੀਅਮਾਂ ਦੇ ਵਿੱਚ ਅਲਕੋਹਲ ਵਾਲੀ ਬੀਅਰ ਦੀ ਵਿਕਰੀ ਤੇ ਸ਼ੁੱਕਰਵਾਰ ਨੂੰ ਪਾਬੰਦੀ ਲਗਾ ਦਿੱਤੀ ਗਈ। ਇਹ ਫੈਸਲਾ ਫੀਫਾ ਟੂਰਨਾਮੈਂਟ ਦੇ ਸ਼ੁਰੂ ਹੋਣ ਤੋਂ 2 ਦਿਨ ਪਹਿਲਾਂ ਹੀ ਕੀਤਾ ਗਿਆ ਹੈ। ਅਲਕੋਹਲ ਮੁਕਤ ਬੀਅਰ ਦੇਸ਼ ਵਿੱਚ ਹੋਣ ਵਾਲੇ 64 ਮੈਚਾਂ ਵਿੱਚ ਵੇਚੀ ਜਾਏਗੀ। ਫੀਫਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੇਜ਼ਬਾਨ ਦੇਸ਼ ਦੇ ਅਧਿਕਾਰੀਆਂ ਤੇ ਫੀਫਾ ਵਿਚਾਲੇ ਚਰਚਾ ਤੋਂ ਬਾਅਦ ਸਟੇਡੀਅਮ ਦੀ ਹੱਦ ਤੋਂ ਬੀਅਰ ਦੀ ਵਿਕਰੀ ਨੂੰ ਹਟਾ ਕੇ ਫੀਫਾ ਫੈਨ ਫੈਸਟੀਵਲ ਪ੍ਰਸ਼ੰਸਕਾਂ ਦੀਆਂ ਹੋਰ ਥਾਵਾਂ ਤੇ ਲਾਇਸੈਂਸ ਹਾਸਲ ਥਾਵਾਂ ਤੇ ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਤੇ ਧਿਆਨ ਦੇਣ ਦਾ ਫੈਸਲਾ ਕੀਤਾ ਗਿਆ। ਸ਼ੈਂਪੇਨ, ਵਾਈਨ, ਵਿਸਕੀ ਤੇ ਹੋਰ ਅਲਕੋਹਲ ਸਟੇਡੀਅਮ ਦੇ ਲਗਜ਼ਰੀ ਮਹਿਮਾਨ ਖੇਤਰਾਂ 'ਚ ਪਰੋਸੇ ਜਾਣਗੇ। ਵਿਸ਼ਵ ਕੱਪ ਦੀ ਬੀਅਰ ਸਪਾਂਸਰ ਬਡਵਾਈਜ਼ਰ ਦੀ ਮੂਲ ਕੰਪਨੀ ਏਵੀ ਨੇ ਇਸ ਮਾਮਲੇ ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਹੈ। ਏਵੀ ਨੇ ਵਿਸ਼ਵ ਕੱਪ ਵਿੱਚ ਬੀਅਰ ਵੇਚਣ ਲਈ ਐਕਸਕਲੂਸਿਵ ਅਧਿਕਾਰਾਂ ਲਈ ਕਰੋੜਾਂ ਡਾਲਰ ਦੀ ਅਦਾਇਗੀ ਕਰਦੀ ਹੈ ਤੇ ਪ੍ਰਸ਼ੰਸਕਾਂ ਲਈ ਕਾਫੀ ਸਟਾਕ ਬ੍ਰਿਟੇਨ ਤੋਂ ਕਤਰ ਭੇਜ ਚੁੱਕੀ ਹੈ। ਜਦ ਕਤਰ ਨੇ ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਬੋਲੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਤਾਂ ਦੇਸ਼ ਨੇ ਫੀਫਾ ਦੇ ਵਪਾਰਕ ਹਿੱਸੇਦਾਰਾਂ ਦਾ ਸਨਮਾਨ ਕਰਨ ਤੇ ਸਹਿਮਤੀ ਜ਼ਾਹਿਰ ਕੀਤੀ ਸੀ ਤੇ ਅਜਿਹਾ 2010 ਵਿੱਚ VOTING ਜਿੱਤਣ ਤੋਂ ਬਾਅਦ ਕਰਾਰ ਤੇ ਹਸਤਾਖਰ ਕਰਦੇ ਸਮੇਂ ਵੀ ਕੀਤਾ ਸੀ। ਬ੍ਰਾਜ਼ੀਲ ਵਿੱਚ 2014 ਚ ਵਿਸ਼ਵ ਕੱਪ ਚ ਮੇਜ਼ਬਾਨ ਦੇਸ਼ ਨੂੰ ਸ਼ਰਾਬ ਦੀ ਵਿਕਰੀ ਦੀ ਆਗਿਆ ਲਈ ਇੱਕ ਨਿਯਮ ਵਿੱਚ ਤਬਦੀਲ ਕਰਨ ਤੇ ਮਜਬੂਰ ਹੋਣਾ ਪਿਆ ਸੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ੍ਰੀ ਅਕਾਲ।